ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਆਦਬ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਸ਼ੋਅ ਵਿੱਚ ਕੁਝ ਅਹਿਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ 5-7 ਖਬਰਾਂ ਤੁਹਾਡੇ ਨਾਲ ਵਿਚਾਰੀਆਂ ਜਾਣ ਅਤੇ ਉਹਨਾਂ ਦੇ ਵਿੱਚ ਕਸਰ ਕੋਈ ਨਾ ਰੱਖੀ ਜਾਵੇ, ਵਿਸਥਾਰ ਉਹਦਾ ਪੂਰਾ ਦਿੱਤਾ ਜਾਵੇ। ਸਭ ਤੋਂ ਪਹਿਲੀ ਖਬਰ, ਤੁਹਾਨੂੰ ਪਤਾ ਹੈ ਕਿ ਦਿੱਲੀ ਤੋਂ ਕਿਸਾਨ ਗਏ ਇੱਕ ਕਮੇਟੀ ਲੈ ਕੇ ਬਿਰੰਗ ਪਰਤੇ ਸੀ। ਉਹਦੇ ਤੋਂ ਬਾਅਦ ਇੱਕ ਮੀਟਿੰਗ ਰੱਖੀ ਸੀ ਤੇ ਮੀਟਿੰਗ ਦੇ ਵਿੱਚ ਹੁਣ ਕੀ ਫੈਸਲਾ ਲੈ ਲਿਆ ਗਿਆ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨਾਂ ਦੇ ਵਿੱਚ ਵੀ ਕਈ ਕਿਸਾਨਾਂ ਦੀ ਧਰਨੇ ਤੇ ਬੈਠਿਆਂ ਦੀ ਮੌਤ ਹੋਈ ਹੈ ਤੇ ਅੱਜ ਇਸੇ ਤਰ੍ਹਾਂ ਦੀ ਇੱਕ ਮੰਦਭਾਗੀ ਖਬਰ ਹੋਰ ਮਿਲ ਰਹੀ ਹੈ। ਤੇ ਫੇਸਬੁੱਕ ਜਿੱਥੇ ਦੁਨੀਆ ਦੇ ਵਿੱਚ ਵਿਛੜੇ ਲੋਕਾਂ ਨੂੰ ਮਿਲਾ ਰਹੀ ਹੈ, ਉੱਥੇ ਪੁਆੜੇ ਵੀ ਬਹੁਤ ਪਾਉਂਦੀ ਹੈ। ਫੇਸਬੁੱਕ ਨੇ ਇੱਕ ਨਵਾਂ ਪੁਆੜਾ ਪਾਇਆ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਤੁਹਾਨੂੰ ਪਤਾ ਹੈ ਕਿ ਪਿਛਲੇ ਸਾਲ ਲਗਭਗ ਦਸੰਬਰ ਮਹੀਨੇ ਤੋਂ ਹੌਲੀ ਹੌਲੀ ਹਾਹਾਕਾਰ ਮੱਚਦੀ ਮਾਰਚ ਅਪ੍ਰੈਲ ਦਾ ਮਹੀਨਾ ਉਹ ਮਹੀਨਾ ਸੀ ਜਦੋਂ ਜ਼ੋਰਾਂ ਤੇ ਸੀ ਕਿ ਕੋਵਿਡ ਆ ਗਿਆ, ਕਰੋਨਾ ਆ ਗਿਆ, ਹਾਏ ਬੂ ਹੋ ਰਹੀ ਸੀ। ਉਹਦੇ ਤੋਂ ਬਾਅਦ ਖਬਰਾਂ ਮਿਲਣ ਲੱਗੀਆਂ ਕਿ ਟੀਕੇ ਬਣਨ ਲੱਗੇ ਆ। ਹੁਣ ਰੂਸ ਵਾਲਿਆਂ ਨੇ ਸਭ ਤੋਂ ਪਹਿਲਾਂ ਟੀਕਾ ਬਣਾਉਣ ਦਾ ਐਲਾਨ ਕੀਤਾ ਸੀ ਤੇ ਇੱਕ ਹੋਰ ਉਹਨਾਂ ਨੇ ਇਸੇ ਤਰ੍ਹਾਂ ਦੀ ਖਬਰ ਦੇ ਦਿੱਤੀ ਹੈ ਕਿ ਪਹਿਲਾਂ ਨਹੀਂ, ਅਸੀਂ ਦੂਜਾ ਵੀ ਬਣਾ ਰਿਹਾ। ਤੇ ਉਧਰ WHO ਵਿਸ਼ਵ ਸਿਹਤ ਸੰਗਠਨ ਨੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਕੋਵਿਡ ਦੀ ਦਵਾਈ ਬਣ ਵੀ ਜਾਂਦੀ ਹੈ, ਵੈਕਸੀਨ ਬਣ ਵੀ ਜਾਂਦੀ ਹੈ, ਇਹ ਪਹਿਲਾਂ ਕਿਹਨੂੰ ਦੇਵਾਂਗੇ ਤੇ ਬਾਅਦ ਦੇ ਵਿੱਚ ਕਿਹਨੂੰ ਦੇਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ, ਖਬਰ ਸਾਂਝੀ ਕਰਾਂਗੇ। ਦੋਸਤੋ, ਜਦੋਂ ਕੋਈ ਪੰਜਾਬੀ, ਜਦੋਂ ਕੋਈ ਕਿਸੇ ਵੀ ਮੁਲਕ ਦਾ ਰਹਿਣ ਵਾਲਾ ਕਿਸੇ ਵਿਦੇਸ਼ ਦੀ ਧਰਤੀ ਵੱਲ ਵਹੀਰਾਂ ਘੱਤਦਾ ਹੈ ਤਾਂ ਬਹੁਤ ਸਾਰੇ ਸੁਪਨੇ ਹੁੰਦੇ ਨੇ। ਪਰ ਆਸਟ੍ਰੇਲੀਆ ਤੋਂ ਇੱਕ ਮੰਦਭਾਗੀ ਖਬਰ ਮਿਲ ਰਹੀ ਹੈ ਕਿ ਮਾਪਿਆਂ ਦਾ ਇਕਲੌਤਾ ਪੁੱਤਰ 8 ਮਹੀਨਿਆਂ ਦੀ ਬੱਚੀ ਨੂੰ ਛੱਡ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਇਹ ਬੜੀ ਮੰਦਭਾਗੀ ਖਬਰ ਹੈ, ਭਾਈਚਾਰੇ ਵਿੱਚ ਸੋਗ ਹੈ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਹੁਣ ਇਹ ਸਾਰੀਆਂ ਖਬਰਾਂ ਦਾ ਵਿਸਥਾਰ ਦੇਈਏ, ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ, ਨੋਟੀਫਿਕੇਸ਼ਨ ਵਾਲੀ ਘੰਟੀ ਔਨ ਕਰ ਲਿਓ। ਸਾਰੇ ਵੀਡੀਓ ਨੂੰ ਦੇਖਣ ਤੋਂ ਬਾਅਦ, ਜਾਣਕਾਰੀਆਂ ਦੇਖਣ ਤੋਂ ਬਾਅਦ, ਖਬਰਾਂ ਵੇਖਣ ਸੁਣਨ ਤੋਂ ਬਾਅਦ ਜੇਕਰ ਚੰਗੀਆਂ ਲੱਗੀਆਂ ਲਾਈਕ ਤੇ ਸ਼ੇਅਰ ਫਿਰ ਜ਼ਰੂਰ ਕਰ ਦਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਅੱਜ ਦੀਆਂ ਇਹਨਾਂ ਖਬਰਾਂ ਦੇ ਉੱਤੇ ਚਰਚਾ ਕਰੀਏ। ਤੁਹਾਨੂੰ ਪਤਾ ਹੋਣਾ ਕਿ ਪਹਿਲਾਂ 6 ਅਕਤੂਬਰ ਦਾ ਤੇ ਫਿਰ 14 ਅਕਤੂਬਰ ਦਾ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਇੱਕ ਸੱਦਾ ਭੇਜਿਆ ਗਿਆ ਸੀ। ਜੇ ਮੈਂ ਇਹ ਕਹਿ ਦਿਆਂ ਕਿ ਕਿਸਾਨਾਂ ਦੀ ਕਮੇਟੀ ਗਈ, 7 ਮੈਂਬਰੀ ਕਮੇਟੀ ਦਾ ਇੱਕ ਗਠਨ ਕੀਤਾ ਗਿਆ ਸੀ ਕਿ ਆਹ ਸਾਡੇ ਨੁਮਾਇੰਦੇ ਹੋਣਗੇ, ਇਹ ਸਾਡਾ ਹੱਕ ਤੇ ਸਾਡਾ ਪੱਖ ਭਾਰਤ ਦੀ ਕੇਂਦਰ ਸਰਕਾਰ ਨਾਲ ਜਾ ਕੇ ਰੱਖਣਗੇ। ਅਸਲ ਵਿੱਚ ਅਪਮਾਨਿਤ ਕਰਕੇ ਮੋੜਿਆ। ਇਹ ਕਿਸਾਨ ਜਥੇਬੰਦੀਆਂ ਵੀ ਮਹਿਸੂਸ ਕਰ ਰਹੀਆਂ ਨੇ, ਉਹ ਕਮੇਟੀ ਦੇ ਮੈਂਬਰ ਵੀ ਮਹਿਸੂਸ ਕਰ ਰਹੇ ਨੇ ਤੇ ਭਾਈਚਾਰਾ ਵੀ ਮਹਿਸੂਸ ਕਰ ਰਿਹਾ। ਉਹਦੇ ਤੋਂ ਬਾਅਦ 15 ਅਕਤੂਬਰ ਜਿਹੜੀ ਭਾਰਤ ਦੇ ਵਿੱਚ ਲੰਘ ਚੁੱਕੀ ਹੈ, ਸਾਰੀਆਂ ਸੰਘਰਸ਼ੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਮੀਟਿੰਗ ਕੀਤੀ ਗਈ। ਮੀਟਿੰਗ ਦੇ ਵਿੱਚ ਫੈਸਲਾ ਲੈ ਲਿਆ ਗਿਆ ਕਿ ਸੰਘਰਸ਼ ਜਾਰੀ ਰੱਖਿਆ ਜਾਏਗਾ, ਸੰਘਰਸ਼ ਪਹਿਲਾਂ ਨਾਲੋਂ ਤਿੱਖਾ ਕੀਤਾ ਜਾਏਗਾ। ਅਤੇ ਨਾਲ ਦੀ ਨਾਲ ਇਹ ਵੀ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕਰ ਲਈ ਗਈ ਹੈ ਕਿ ਪੰਜਾਬ ਸੂਬੇ ਦੇ ਵਿੱਚ ਚੱਲ ਰਹੇ ਇਸ ਅੰਦੋਲਨ ਦੇ ਉੱਤੇ ਨਜ਼ਰ ਵੀ ਬਣਾ ਕੇ ਰੱਖੀ ਜਾਏਗੀ ਤੇ ਨਜ਼ਰਸਾਨੀ ਮੀਟਿੰਗ ਦੁਬਾਰਾ 20 ਅਕਤੂਬਰ ਨੂੰ ਫਿਰ ਮੀਟਿੰਗ ਹੋਏਗੀ। ਤੇ ਜਥੇਬੰਦੀਆਂ ਨੇ ਇਹ ਵੀ ਫੈਸਲਾ ਕੀਤਾ ਕਿ ਕੇਂਦਰ ਸਰਕਾਰ ਦੇ ਇਸ ਮਾੜੇ ਰਵੱਈਏ ਦੇ ਖਿਲਾਫ, ਇਸ ਅਪਮਾਨਿਤ ਰਵੱਈਏ ਦੇ ਖਿਲਾਫ 17 ਅਕਤੂਬਰ ਨੂੰ ਪੂਰੇ ਪੰਜਾਬ ਦੇ ਭਰ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੂਰੇ ਪੰਜਾਬ ਦੇ ਵਿੱਚ ਪੁਤਲੇ ਸਾੜਾਂਗੇ। ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੋਂ ਉੱਪਰਲੇ ਲੀਡਰਾਂ ਸਮੇਤ ਭਾਜਪਾ ਦੇ ਵੱਲੋਂ ਰਾਜ ਵਿੱਚ ਭੇਜੀ ਜਾਂਦੀ, ਸੂਬੇ ਵਿੱਚ ਭੇਜੀ ਜਾਂਦੀ ਕੇਂਦਰੀ ਟੀਮ ਦੇ ਪ੍ਰੋਗਰਾਮਾਂ ਦਾ ਥਾਂ ਥਾਂ ਤੇ ਡਟ ਕੇ ਕਰਾਂਗੇ ਵਿਰੋਧ। ਖੇਤੀ ਕਾਨੂੰਨਾਂ ਸੰਬੰਧੀ ਤੁਹਾਨੂੰ ਯਾਦ ਹੋਣਾ ਕਿ ਦਿੱਲੀ ਦੇ ਵਿੱਚ ਜਿਹੜੀ ਮੀਟਿੰਗ ਸੱਦੀ ਗਈ ਸੀ, ਉਹ ਬੇਨਤੀਜਾ ਰਹੀ, ਉਹ ਬੇਸਟਾ ਰਹੀ, ਉਹ 'ਚ ਅਪਮਾਨਿਤ ਹੋਏ। ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਦੋਂ ਉੱਥੇ ਇੱਕ ਕਮੇਟੀ ਦੇ ਮੈਂਬਰ ਪਹੁੰਚੇ, ਉੱਥੇ ਸੰਜੇ ਅਗਰਵਾਲ ਤਾਂ ਮੌਜੂਦ ਸੀ, ਨਾ ਉੱਥੇ ਖੇਤੀਬਾੜੀ ਮੰਤਰੀ ਸੀ, ਨਾ ਉੱਥੇ ਰਾਜ ਮੰਤਰੀ ਸੀ, ਨਾ ਉੱਥੇ ਗ੍ਰਹਿ ਮੰਤਰੀ ਸੀ ਤੇ ਨਾ ਪ੍ਰਧਾਨ ਮੰਤਰੀ। ਤਾਂ ਗੱਲ ਹੋਣਾ ਬੜੀ ਦੂਰ ਦੀ ਹੈ। ਕਿਸਾਨ ਆਗੂਆਂ ਨੇ ਦੱਸਿਆ ਸੀ ਕਿ ਉਹ ਤਾਂ ਬਿਹਾਰ ਦੀਆਂ ਚੋਣਾਂ ਦੇ ਵਿੱਚ ਰੁੱਝੇ ਹੋਏ ਨੇ, ਉਹਨਾਂ ਨੂੰ ਬਿਹਾਰ ਦੀਆਂ ਚੋਣਾਂ ਜਿੱਤਣੀਆਂ ਲਾਜ਼ਮੀ ਨੇ। ਇਸ ਵਕਤ ਅੰਨਦਾਤਾ ਭਾਵੇਂ ਲਗਭਗ 22-23 ਸੂਬਿਆਂ ਦੇ ਵਿੱਚ ਵਿਰੋਧ ਦੇ ਰਾਹ ਤੇ ਹੈ, ਸੰਘਰਸ਼ ਦੇ ਰਾਹ ਤੇ ਹੈ। ਸ਼ਾਇਦ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਇਹ ਕੋਈ ਮੁੱਦਾ ਵੀ ਹੈ, ਕਿਉਂਕਿ ਉਹ ਤਾਂ ਜਿਹੋ ਜਿਹਾ ਕਾਨੂੰਨ ਉਹਨਾਂ ਦੇ ਆਕਿਆਂ ਨੇ ਉਹਨਾਂ ਨੂੰ ਕਿਹਾ ਸੀ
ਜਿਨ੍ਹਾਂ ਦੀ ਉਹ ਵੱਡੀ ਇਨਵੈਸਟਮੈਂਟ ਨੇ, ਉਸ ਤਰ੍ਹਾਂ ਦਾ ਕਾਨੂੰਨ ਬਣਾ ਕੇ ਅਗਲੇ ਆਪਣੇ ਰਾਹ ਤੇ ਹੈ। ਪਰ ਇਹ ਅੰਦੋਲਨ ਕਰ ਰਹੀਆਂ, ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਮੀਟਿੰਗ ਦੇ ਵਿੱਚ ਕਿ ਪਹਿਲਾਂ ਨਾਲੋਂ ਸੰਘਰਸ਼ ਤੇਜ਼ ਕਰਾਂਗੇ। ਇੰਨਾ ਹੀ ਨਹੀਂ, ਉਹ ਕਹਿੰਦੇ ਕੇਂਦਰ ਸਰਕਾਰ ਨੇ ਸਾਨੂੰ ਦਿੱਲੀ ਬੁਲਾ ਕੇ ਉਸ ਮੀਟਿੰਗ ਦੇ ਵਿੱਚ ਮੰਤਰੀਆਂ ਨੂੰ ਨਾ ਭੇਜ ਕੇ ਜਿਹੜੀ ਗਲਤੀ ਕੀਤੀ ਹੈ ਨਾ, ਉਹਨੇ ਸਰਕਾਰ ਤੋਂ ਅੰਨਦਾਤਾ ਦਾ ਸਦਾ ਵਾਸਤੇ ਯਕੀਨ ਚੱਕ ਦਿੱਤਾ ਹੈ। ਹੁਣ ਜਥੇਬੰਦਕ ਹੋਏ ਆਗੂਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਜਿਸ ਰੂਪ ਵਿੱਚ ਕਿਸਾਨਾਂ ਤੋਂ ਇਲਾਵਾ ਮਜ਼ਦੂਰ, ਵਿਦਿਆਰਥੀ, ਮੁਲਾਜ਼ਮ, ਬੇਰੁਜ਼ਗਾਰ, ਦੁਕਾਨਦਾਰ, ਆੜ੍ਹਤੀਏ, ਵਕੀਲ, ਇਹ ਵੱਖ-ਵੱਖ ਜਥੇਬੰਦੀਆਂ ਤੇ ਵੱਖ-ਵੱਖ ਵਰਗਾਂ ਵੱਲੋਂ ਜਿਸ ਤਰ੍ਹਾਂ ਇਸ ਸੰਘਰਸ਼ ਨੂੰ ਹੁੰਗਾਰਾ ਮਿਲ ਰਿਹਾ ਹੈ, ਉਹਦੇ ਤੋਂ ਜਾਪਦਾ ਹੈ ਕਿ ਮੋਦੀ ਦੇ ਕਾਲੇ ਕਾਨੂੰਨ ਦੇ ਖਿਲਾਫ ਚੱਲ ਰਿਹਾ ਇਹ ਸੰਘਰਸ਼ ਇੱਕ ਦਿਨ ਜਿੱਤ ਵਿੱਚ ਬਦਲੇਗਾ। ਹੁਣ ਉਹ ਕਹਿੰਦੇ ਸਰਕਾਰ ਭਰਾ ਮਾਰੂ ਨੀਤੀਆਂ ਵੀ ਬਣਾਏਗੀ। ਇਸ ਗੱਲ ਦਾ ਸਾਨੂੰ ਖਿਆਲ ਰੱਖਣਾ ਪਏਗਾ। ਹੋ ਸਕਦਾ ਸਾਡੇ 'ਚ ਪਾੜ ਕਰੋ ਤੇ ਰਾਜ ਕਰੋ ਦੀ ਨੀਤੀ ਵੀ ਅਪਣਾਏਗੀ। ਸਾਨੂੰ ਇਸ ਚੀਜ਼ ਦਾ ਵੀ ਖਿਆਲ ਰੱਖਣਾ ਪਏਗਾ। ਪਰ ਕਹਿੰਦੇ ਸਾਨੂੰ ਪਤਾ ਹੈ ਪੰਜਾਬੀਆਂ ਨੇ ਸਭ ਤੋਂ ਵੱਧ ਆਜ਼ਾਦੀ ਦੇ ਘੋਲ ਦੇ ਵਿੱਚ ਯੋਗਦਾਨ ਪਾਇਆ ਸੀ। ਉਹ ਕਹਿੰਦੇ ਸਾਨੂੰ ਸੰਘਰਸ਼ ਲੜਨੇ ਆਉਂਦੇ ਆ। ਜਿਹੜੀਆਂ ਇਹ ਸਾਡੇ ਸੰਘਰਸ਼ ਨੂੰ ਸਾਬੋਤਾਜ ਕਰਨ, ਤਾਰ-ਪੀਡੋ ਕਰਨੀਆਂ ਚਾਲਾਂ ਅਪਣਾ ਰਹੀ ਨੇ, ਸਾਡੇ ਇਸ ਸੰਘਰਸ਼ ਨੂੰ ਫੇਲ ਕਰਨ ਦੀਆਂ ਘਿਨਾਉਣੀਆਂ ਚਾਲਾਂ ਤੇ ਹਰਕਤਾਂ ਅਪਣਾਉਣਗੇ, ਅਸੀਂ ਉਹਦਾ ਮੁਕਾਬਲਾ ਕਰਨ ਵਾਸਤੇ ਵੀ ਤਿਆਰ ਹਾਂ। ਉਹ ਕਹਿੰਦੇ ਪੰਜਾਬ ਦੇ ਲੋਕ ਬਹਾਦਰ ਨੇ, ਇਹਨਾਂ ਦੀਆਂ ਮੋਮੋ ਠੱਗਣੀਆਂ 'ਚ ਨਹੀਂ ਆ ਸਕਦੇ। ਸੋ ਤੁਹਾਨੂੰ ਵੀ ਅਪੀਲ ਹੈ ਕਿ ਹੋ ਸਕਦਾ ਮੋਮੋ ਠੱਗਣੇ ਤੁਹਾਡੇ ਘਰਾਂ ਤੱਕ ਵੀ ਅਪਰੋਚ ਕਰਨ, ਕਿਉਂਕਿ ਭਾਰਤ ਦੀ ਕੇਂਦਰ ਸਰਕਾਰ ਨੇ 8 ਆਪਣੇ ਆਲਾ ਵਜ਼ੀਰ ਨੇ ਜਿਨ੍ਹਾਂ ਦੀ ਡਿਊਟੀ ਲਾ ਦਿੱਤੀ ਹੈ ਕਿ ਤੁਸੀਂ ਪਿੰਡ-ਪਿੰਡ ਜਾਓ, ਆ ਕਿਸਾਨਾਂ ਨੂੰ ਮਿਲੋ, ਉਹਨਾਂ ਨੂੰ ਦੱਸੋ ਜਾ ਕੇ ਕਿ ਇਹ ਕਾਨੂੰਨ ਤੁਹਾਡੇ ਵਿਰੋਧੀ ਨਹੀਂ, ਤੁਹਾਡੇ ਹੱਕ ਦੇ ਹੈ। ਕੱਲ੍ਹ ਸੰਗਰੂਰ ਦੇ ਇੱਕ ਸਕੂਲ ਦੇ ਵਿੱਚ ਮੀਟਿੰਗ ਚੱਲ ਰਹੀ ਸੀ, ਵਰਚੁਅਲ ਮੀਟਿੰਗ ਸੀ। ਕਿਸਾਨਾਂ ਨੂੰ ਪਤਾ ਲੱਗਿਆ ਕਿ ਮੀਟਿੰਗ ਚੱਲ ਰਹੀ ਹੈ, ਹਾਏ-ਬੂ ਕੀਤੀ, ਮੁਰਦਾਬਾਦ ਜਿੰਦਾਬਾਦ ਕੀਤੀ। ਇੱਥੋਂ ਤੱਕ ਗੱਲ ਵੱਧ ਗਈ ਕਿ ਐਸਐਸਪੀ ਸੰਗਰੂਰ ਨੂੰ ਜਾਣਾ ਪਿਆ ਤੇ ਉਹ ਕਹਿੰਦੇ ਇੱਥੋਂ ਤਾਂ ਜਾਵਾਂਗੇ ਨਹੀਂ, ਅੰਦਰ ਜਾ ਕੇ ਮੀਟਿੰਗ ਦੇ ਵਿੱਚ ਸ਼ਾਮਲ ਹੋਵਾਂਗੇ ਜਿੰਨੀ ਦੇਰ ਤੱਕ ਇਹ ਮੀਟਿੰਗ ਬੰਦ ਨਹੀਂ ਹੁੰਦੀ। ਕੇਂਦਰੀ ਗ੍ਰਹਿ ਖੇਤੀਬਾੜੀ ਮੰਤਰੀ ਦੀ ਮੀਟਿੰਗ ਚੱਲ ਰਹੀ ਸੀ। ਦੱਸਿਆ ਗਿਆ ਸੀ ਕਿ ਮੀਟਿੰਗ ਵਿੱਚ ਮੀਡੀਆ ਸੱਦਿਆ ਗਿਆ, ਮੀਟਿੰਗ ਵਿੱਚ ਕਿਸਾਨ ਸੱਦੇ ਗਏ ਨੇ। ਮੀਡੀਆ ਲੋਕਾਂ ਨੂੰ ਦੱਸੂਗਾ ਤੇ ਕਿਸਾਨਾਂ ਨਾਲ ਉਹ ਸਿੱਧੀ ਗੱਲਬਾਤ ਕਰਨਗੇ। ਪਰ ਜਦੋਂ ਜਾ ਕੇ ਅੰਦਰ ਦੇਖਿਆ, ਜਿਹੜੇ ਕਿਸਾਨ ਬਿਠਾਏ ਹੋਏ ਸੀ ਅਸਲੋਂ ਕਿਸਾਨ ਹੀ ਨਹੀਂ ਸੀ। ਉਹਨਾਂ ਨੂੰ ਪੁੱਛਿਆ ਕਿ ਤੁਸੀਂ ਦੱਸੋ ਕਿਹੜੇ ਪਿੰਡ ਦੇ ਕਿਸਾਨ ਹੋ ਬਈ? ਕਹਿੰਦੇ ਜੀ ਅਸੀਂ ਤਾਂ ਧੂਰੀ ਦੀ ਮੰਡੀ 'ਚ ਪੱਲੇਦਾਰੀ ਕਰਦੇ ਹਾਂ, ਸਾਨੂੰ ਤਾਂ ਕਿਹਾ ਸੀ ਕਿ ਉੱਥੇ ਕਿਸਾਨ ਬਣ ਕੇ ਜਾਣਾ ਤੇ ਅਸੀਂ ਆ ਗਏ। ਕਮਾਲ ਦੀ ਗੱਲ ਆ। ਉਹ ਇਹੋ ਜਿਹੀਆਂ ਮੋਮੋ ਠੱਗਣੀਆਂ ਚਾਲਾਂ ਕਿੰਨੀ ਦੇਰ ਚੱਲੋਗੇ? ਤੇ ਆਖਰਕਾਰ ਐਸਐਸਪੀ ਨੇ ਜਾ ਕੇ ਉਹ ਵਰਚੁਅਲ ਚੱਲ ਰਹੀ ਮੀਟਿੰਗ ਬੰਦ ਕਰਵਾਈ ਤੇ ਕਿਸਾਨ ਤਾਂ ਉੱਥੋਂ ਮੁੜੇ। ਉਹਦੇ ਤੋਂ ਬਾਅਦ ਆ ਬਠਿੰਡਿਓਂ ਖਬਰ ਆ ਗਈ, ਸਿਮਰਤੀ ਇਰਾਨੀ ਉੱਥੇ ਵੀ ਇਸੇ ਤਰ੍ਹਾਂ ਆਨਲਾਈਨ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੀਟਿੰਗ ਕਰ ਰਹੀ ਸੀ। ਬਗਾਨਿਆਂ ਨੇ ਉਹ ਵੀ ਬੰਦ ਕਰਾਤੀ। ਉਹ ਕਹਿੰਦੇ ਭਾਜ ਪਾਈਏ, ਹੁਣ ਜਿੱਥੋਂ ਤੱਕ ਭੱਜਣਗੇ ਅਸੀਂ ਭਜਾਵਾਂਗੇ। ਸੋ ਲੱਗਦਾ ਹੈ ਕਿ ਸੰਘਰਸ਼ ਪਹਿਲਾਂ ਨਾਲੋਂ ਤੇਜ਼ ਕਰ ਦਿੱਤਾ ਗਿਆ। ਸੰਘਰਸ਼ ਦੇ ਪਿੱਛੇ ਕਹਿੰਦੇ ਅਸੀਂ ਹਟਣਾ ਨਹੀਂ। 20 ਤਰੀਕ ਨੂੰ ਨਜ਼ਰਸਾਨੀ ਮੀਟਿੰਗ ਫੇਰ ਕੀਤੀ ਜਾਏਗੀ ਕਿ ਇਹਦਾ ਅਗਲਾ ਰੂਪ ਕੀ ਦੇਣਾ ਹੈ। ਅਗਲੀ ਜਿਹੜੀ ਖਬਰ ਹੈ ਬੜੀ ਮੰਦਭਾਗੀ ਖਬਰ ਹੈ ਤੇ ਆਸਟ੍ਰੇਲੀਆ ਵਿੱਚ ਰਹਿਣ ਵਾਲਾ ਲਗਭਗ ਸਮੁੱਚਾ ਭਾਈਚਾਰਾ ਸੋਗ ਵਿੱਚ ਹੈ। ਬੀਤੇ ਸੋਮਵਾਰ ਦੀ ਗੱਲ ਹੈ, ਵਿਕਟੋਰੀਆ ਸੂਬਾ ਪੈਂਦਾ ਆਸਟ੍ਰੇਲੀਆ ਦੇ ਵਿੱਚ, ਉੱਥੇ ਇੱਕ ਇਲਾਕਾ ਪੈਂਦਾ ਮਲਡੂਰਾ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ 27 ਵਰ੍ਹਿਆਂ ਦਾ ਪੰਜਾਬੀ ਨੌਜਵਾਨ ਜਿਸ ਦਾ ਨਾਮ ਗਗਨਦੀਪ ਸਿੰਘ ਚਾਹਲ ਹੈ। ਗਗਨਦੀਪ ਸਿੰਘ ਚਾਹਲ ਦੀ ਇਸ ਸੜਕ ਹਾਦਸੇ ਦੇ ਵਿੱਚ ਬੇਵਕਤੀ ਮੌਤ ਹੋਈ ਹੈ। ਗਗਨਦੀਪ ਸਿੰਘ ਪੇਸ਼ੇ ਵਜੋਂ ਉੱਥੇ ਟਰੱਕ ਡਰਾਈਵਰ ਸੀ। ਜਾਣਕਾਰੀ ਮਿਲ ਰਹੀ ਹੈ ਕਿ ਉਸ ਵਕਤ ਗਗਨਦੀਪ ਐਡੀਲੇਡ ਤੋਂ ਵਾਪਸ ਪਰਤ ਰਿਹਾ ਸੀ ਅਤੇ ਆਪਣੇ ਟਰੱਕ ਦਾ ਉਹ ਸੰਤੁਲਨ ਗਵਾ ਬੈਠਿਆ ਅਤੇ ਸੰਤੁਲਨ ਗਵਾਉਣ ਦੇ ਬਾਵਜੂਦ ਉਹ ਟਰੱਕ ਨੂੰ ਸੰਭਾਲ ਨਾ ਪਾਇਆ। ਇਸ ਕਾਰਨ ਟਰੱਕ ਸੜਕ ਕਿਨਾਰੇ ਖੜੇ ਦਰਖਤਾਂ ਦੇ ਵਿੱਚ ਜਾ ਲੱਗਿਆ ਅਤੇ ਹਾਦਸਾ ਇੰਨਾ ਭਿਆਨਕ ਦੱਸਿਆ ਜਾ ਰਿਹਾ ਹੈ ਕਿ ਟਰੱਕ ਦਰਖਤਾਂ ਦੇ ਨਾਲ ਟਕਰਾਉਂਦੇ ਸਾਰ ਹੀ ਅੱਗ ਫੜ ਗਿਆ। ਟਰੱਕ ਨੂੰ ਅੱਗ ਲਟਾ-ਲਟ ਭਾਂਬੜ ਬਲਣ ਲੱਗੇ। ਗਗਨਦੀਪ ਚਾਹੁੰਦੇ ਹੋਏ ਵੀ ਆਪਣੇ ਆਪ ਨੂੰ ਸੁਰੱਖਿਅਤ ਬਾਹਰ ਨਾ ਕੱਢ ਸਕਿਆ ਤੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਗਗਨਦੀਪ ਸਿੰਘ ਚਾਹਲ ਦੀ ਮੌਤ ਹੋ ਗਈ। ਤੇ ਹੁਣ ਤੱਕ ਜਿਹੜੀਆਂ ਖਬਰਾਂ ਮਿਲ ਰਹੀਆਂ ਨੇ ਉਸ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਟਰੱਕ ਦੇ ਵਿੱਚ ਉਸ ਵਕਤ ਅਚਨਚੇਤ ਕੋਈ ਤਕਨੀਕੀ ਖਰਾਬੀ, ਕੋਈ ਤਕਨੀਕੀ ਨੁਕਸ ਪਿਆ ਜਿਸ ਕਾਰਨ ਸੰਤੁਲਨ ਵਿਗੜ ਗਿਆ ਅਤੇ ਇਸ ਸਮੁੱਚੇ ਘਟਨਾਕ੍ਰਮ ਦੀ, ਇਸ ਐਕਸੀਡੈਂਟ ਦੀ ਜਾਂਚ ਪੜਤਾਲ ਤੇ ਕੀਤੀ ਜਾ ਰਹੀ ਹੈ। ਤੇ ਗਗਨਦੀਪ ਸਿੰਘ ਚਾਹਲ ਪੰਜਾਬ ਸੂਬੇ ਨਾਲ ਸੰਬੰਧਿਤ ਸੀ ਤੇ ਜ਼ਿਲ੍ਹਾ ਮੋਹਾਲੀ ਦਾ ਸੰਬੰਧਿਤ ਵਸਨੀਕ ਦੱਸਿਆ ਜਾ ਰਿਹਾ ਹੈ ਤੇ ਇਸ ਸਮੇਂ ਉਹ ਆਪਣੀ ਪੱਕੀ ਰਿਹਾਇਸ਼ ਦੀ ਉਡੀਕ ਵਿੱਚ ਆਸਟ੍ਰੇਲੀਆ ਵਿੱਚ ਸੀ ਤੇ ਗਗਨਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
27 ਵਰਿਆਂ ਦੀ ਉਮਰ ਦੇ ਵਿੱਚ ਇਸ ਜਹਾਨ ਤੋਂ ਚਲਾ ਗਿਆ ਤੇ ਗਗਨਦੀਪ ਸਿੰਘ ਚਾਹਲ ਆਪਣੇ ਪਿੱਛੇ ਸਿਰਫ 8 ਮਹੀਨਿਆਂ ਦੀ ਇੱਕ ਬੱਚੀ ਵੀ ਛੱਡ ਗਿਆ ਹੈ। ਪਤਨੀ ਨੂੰ ਤੇ ਮਾਪਿਆਂ ਨੂੰ ਰੋਂਦੇ ਕਰਲਾਉਂਦੇ ਛੱਡ ਗਿਆ ਹੈ। ਅਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕੋਵਿਡ ਦੇ ਕਾਰਨ ਗਗਨਦੀਪ ਸਿੰਘ ਚਾਹਲ ਨੂੰ ਪੰਜਾਬ ਦੇ ਵਿੱਚ ਆਖਰੀ ਦਰਸ਼ਨਾਂ ਵਾਸਤੇ ਵੀ ਨਹੀਂ ਲਿਆਂਦਾ ਜਾ ਸਕਦਾ ਅਤੇ ਮੈਲਬੌਰਨ ਦੇ ਵਿੱਚ ਉਸ ਦਾ ਸੰਸਕਾਰ ਕਰ ਦਿੱਤਾ ਜਾਣਾ ਹੈ। ਅਤੇ ਸਮੁੱਚਾ ਪੰਜਾਬੀ ਭਾਈਚਾਰਾ ਆਸਟ੍ਰੇਲੀਆ ਵਿੱਚ ਮੈਲਬੌਰਨ ਵਿੱਚ ਇਸ ਵਕਤ ਡੂੰਘੇ ਸਦਮੇ ਦੇ ਵਿੱਚ ਆ। ਗਗਨਦੀਪ ਸਿੰਘ ਚਾਹਲ ਕਹਿੰਦੇ ਯਾਰਾਂ ਦਾ ਯਾਰ ਸੀ। 27 ਵਰਿਆਂ ਦੀ ਉਮਰ ਦੇ ਵਿੱਚ ਇਹ ਚੜ੍ਹਦਾ ਸੂਰਜ ਅਸਤ ਹੋ ਗਿਆ। ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਵੀ ਹੈ ਅਤੇ ਅਪੀਲ ਵੀ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ ਕਿ ਪਰਮਾਤਮਾ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ। ਤੇ ਖਬਰਾਂ ਬੀਤੇ ਦਿਨ ਵੀ ਤੁਹਾਨੂੰ ਸਾਂਝੀਆਂ ਕੀਤੀਆਂ ਸੀ ਕਿ ਕਿਸਾਨ ਧਰਨੇ ਦੇ ਰਹੇ ਨੇ, ਸੰਘਰਸ਼ ਕਰ ਰਹੇ ਨੇ, ਪਰ ਇਸ ਵਕਤ ਉਹ ਆਰ ਪਾਰ ਦੀ ਲੜਾਈ ਲੜਨ ਦੇ ਮੂਡ ਵਿੱਚ ਨੇ। ਕਿਉਂਕਿ ਇਹ ਅੰਦਾਜ਼ਾ ਕਿੱਥੋਂ ਲਾਇਆ ਜਾ ਸਕਦਾ, ਤੁਹਾਨੂੰ ਪਤਾ ਹੋਣਾ ਹੈ ਕਿ ਬਾਦਲਾਂ ਦੇ ਪਿੰਡ ਧਰਨੇ ਤੇ ਬੈਠੇ ਮਾਨਸਾ ਜ਼ਿਲ੍ਹੇ ਦੇ ਪ੍ਰੀਤਮ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜਾਨ ਦਿੱਤੀ ਸੀ। ਉਹ ਕਹਿੰਦਾ ਵੈਸੇ ਵੀ ਤਾਂ ਅਸੀਂ ਫਾਹਾ ਲੈ ਕੇ ਮਰਾਂਗੇ ਹੀ, ਆ ਸਰਕਾਰ ਜੇ ਸਾਨੂੰ ਮਾਰ ਰਹੀ ਹੈ ਤੇ ਸਰਕਾਰ ਦੇ ਘਰ ਮੂਹਰੇ ਕਿਉਂ ਨਾ ਮਰੀਏ। ਉਹਦੇ ਤੋਂ ਬਾਅਦ ਤੁਹਾਨੂੰ ਇਹ ਵੀ ਪਤਾ ਹੋਣਾ ਹੈ ਕਿ ਸੰਗਰੂਰ ਦੇ ਵਿੱਚ ਪੈਂਦਾ ਧੂਰੀ ਤੇ ਧੂਰੀ ਦੇ ਰਿਲਾਇੰਸ ਪੰਪ ਦੇ ਉੱਤੇ ਧਰਨੇ ਤੇ ਬੈਠੇ ਕਿਸਾਨ ਪਿੰਡ ਨਾਗਰੀ ਦੇ ਮੇਘਰਾਜ ਦੀ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਸੀ। ਜਾਨ ਤੇ ਆ ਗਿਆ ਆਪਣੀ, ਪਰ ਸੰਘਰਸ਼ ਤੋਂ ਨਹੀਂ ਉੱਠਿਆ। ਤੁਹਾਨੂੰ ਇਹ ਵੀ ਸ਼ਾਇਦ ਯਾਦ ਹੋਵੇ ਕਿ ਬੁਢਲਾਡਾ ਦੇ ਵਿੱਚ 2 ਕਿਸਾਨ ਯੂਨੀਅਨ ਦੇ ਲੀਡਰ ਨੇ, ਇੱਕ ਦਾ ਨਾਮ ਹੈ ਬਾਬੂ ਸਿੰਘ ਵਰੇ ਤੇ ਦੂਸਰੇ ਮਿੱਠੂ ਸਿੰਘ। ਇਹ ਦੋਵੇਂ ਭਰਾਵਾਂ ਦੀ ਮਾਤਾ ਬਿਰਧ ਮਾਤਾ ਸੀ 80 ਵਰਿਆਂ ਦੀ ਤੇਜ ਕੌਰ, ਅੰਦੋਲਨ ਦੇ ਵਿੱਚ ਬੈਠੀ ਸੀ ਤੇ ਮਾਤਾ ਦੀ ਵੀ ਅੰਦੋਲਨ ਦੇ ਵਿੱਚ ਮੌਤ ਹੋਈ। ਅਤੇ ਆ ਹੁਣ ਲਗਭਗ ਇਸੇ ਤਰ੍ਹਾਂ ਦੀ ਇੱਕ ਖਬਰ ਹੋਰ ਆ ਰਹੀ ਹੈ ਕਿ ਰੇਲ ਰੋਕੋ ਅੰਦੋਲਨ ਦੇ ਦੌਰਾਨ, ਇਹ ਵੀ ਖਬਰ ਸੰਗਰੂਰ ਜ਼ਿਲ੍ਹੇ ਤੋਂ ਹੀ ਮਿਲ ਰਹੀ ਹੈ। ਪਹਿਲਾਂ ਵੀ ਜਿਸ ਤਰੀ ਮੈਂ ਜ਼ਿਕਰ ਕਰ ਰਿਹਾ ਸੀ ਕਿ ਨਾਗਰੀ ਪਿੰਡ ਦੇ ਮੇਘਰਾਜ, ਇਹ ਵੀ ਧੂਰੀ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਮੌਤ ਹੋਈ ਸੀ। ਸੰਗਰੂਰ ਦੇ ਰੇਲਵੇ ਸਟੇਸ਼ਨ ਤੇ ਇੱਕ 65 ਵਰਿਆਂ ਦੇ ਕਿਸਾਨ ਜਿਸ ਦਾ ਨਾਮ ਲਾਭ ਸਿੰਘ ਦੱਸਿਆ ਜਾ ਰਿਹਾ ਤੇ ਪਿੰਡ ਭੁੱਲ ਰਹੇੜੀ ਦੇ ਲਾਭ ਸਿੰਘ ਦੀ ਵੀ ਇਸ ਧਰਨੇ ਦੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਕਿਸਾਨ ਲਾਭ ਸਿੰਘ ਧਰਨੇ ਤੇ ਬੈਠੇ ਸਨ, ਅਚਨਚੇਤ ਹਾਰਟ ਅਟੈਕ ਹੋਇਆ ਤੇ ਉਹਨਾਂ ਦੀ ਮੌਤ ਹੋ ਗਈ। ਤੇ ਹੁਣ ਸੰਗਰੂਰ ਜ਼ਿਲ੍ਹੇ ਦਾ ਇਹ ਦੂਸਰਾ ਮਾਮਲਾ ਹੋ ਗਿਆ ਜਿੱਥੇ ਇਹ ਦੂਸਰਾ ਕਿਸਾਨ ਲਾਭ ਸਿੰਘ ਸੰਘਰਸ਼ ਤੋਂ ਪਿੱਛੇ ਨਹੀਂ ਹਟਿਆ, ਆਪਣੀ ਜਾਨ ਤੇ ਆ ਗਿਆ। ਉਹ ਕਹਿੰਦੇ ਜਿਵੇਂ ਵੀ ਕੇਂਦਰ ਸਰਕਾਰ ਸਾਨੂੰ ਮਾਰਨਾ ਚਾਹੁੰਦੀ ਹੈ, ਉਹ ਚਾਹੁੰਦੀ ਹੈ ਕਿ ਅਸੀਂ ਧਰਨੇ ਪ੍ਰਦਰਸ਼ਨ ਵਾਪਸ ਲੈ ਲਈਏ, ਪਰ ਨਹੀਂ, ਇੰਜ ਨਹੀਂ ਹੋਣਾ। ਉਹ ਕਹਿੰਦੇ 1 ਤਰੀਕ ਤੋਂ ਬੈਠੇ ਆ, ਇਸੇ ਥਾਂ ਤੇ ਬੈਠੇ ਆ ਤੇ ਜਿੰਨੀ ਦੇਰ ਸਾਡੇ ਕੋਲੋਂ ਡਟਿਆ ਗਿਆ ਤੇ ਡਟਾਂਗੇ। ਜਿਸ ਦਿਨ ਦੇ ਬਾਅਦ ਉਹਦੀ ਹਾਰਟ ਅਟੈਕ ਨਾਲ ਮੌਤ ਹੋ ਗਈ, ਸ਼ਾਇਦ ਪੰਜਾਬ ਤੇ ਕੇਂਦਰ ਸਰਕਾਰ ਨੂੰ ਲੱਗਦਾ ਹੋਣਾ ਕਿ ਕਿਸਾਨ ਸ਼ਾਇਦ ਢਿੱਲੇ ਮੱਠੇ ਪੈ ਜਾਣਗੇ। ਉਹ ਕਹਿੰਦੇ ਅਸੀਂ ਪੰਜਾਬ ਸਰਕਾਰ ਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਤੇ ਕੇਂਦਰ ਸਰਕਾਰ ਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਨੂੰ ਇੱਥੋਂ ਮੌਤ ਤਾਂ ਅਸੀਂ ਗੱਲ ਨੂੰ ਲਾ ਸਕਦੇ ਹਾਂ, ਪਰ ਘਰ ਨੂੰ ਨਹੀਂ ਜਾ ਸਕਦੇ। ਕਹਿੰਦੇ ਭਾਵੇਂ ਪੰਜਾਬ ਸਰਕਾਰ ਆ, ਭਾਵੇਂ ਕੇਂਦਰ ਸਰਕਾਰ ਆ, ਸਾਨੂੰ ਦੱਸ ਦੇਵੇ ਜਿੱਥੇ ਵੀ ਧਰਨਾ ਲੱਗਿਆ ਹੋਇਆ ਸਾਨੂੰ ਕਿਹੜੀ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ, ਕਿਹੜਾ ਸਰਕਾਰ ਨੇ ਪ੍ਰਬੰਧ ਕਰਕੇ ਦਿੱਤਾ ਹੋਇਆ। ਇੱਕ ਪਾਸੇ ਕਰੋਨਾ ਦੀ ਦਹਾਈ ਪਾਈ ਜਾ ਰਹੀ ਹੈ, ਵਾਇਰਸ ਦੀ ਦਹਾਈ ਪਾਈ ਜਾ ਰਹੀ ਹੈ। ਉਹ ਕਹਿੰਦੇ ਇਹੀ ਦੱਸ ਦੇਣ ਕਿ ਜੇਕਰ ਅਸੀਂ ਧਰਨਿਆਂ ਤੇ ਬੈਠੇ ਹਾਂ ਤੇ ਸਾਡੇ ਕੋਲ ਕੋਈ ਡਾਕਟਰਾਂ ਦੀ ਟੀਮ, ਕੋਈ ਐਂਬੂਲੈਂਸ, ਕੋਈ ਪ੍ਰਬੰਧ ਸਰਕਾਰ ਨੇ ਕਰਕੇ ਦਿੱਤਾ ਹੋਇਆ। ਉਹ ਕਹਿੰਦੇ ਅਸੀਂ ਲੜਾਈ ਆਪਣੇ ਬਲ ਤੇ ਲੜ ਰਹੇ ਹਾਂ, ਆਪਣੇ ਜ਼ੋਰ ਤੇ ਲੜ ਰਹੇ ਹਾਂ ਅਤੇ ਲੜਦੇ ਰਹਾਂਗੇ। ਕਹਿੰਦੇ ਕੀ ਹੋ ਗਿਆ ਜੇ ਮੌਤਾਂ ਹੋ ਰਹੀਆਂ ਨੇ, ਵੈਸੇ ਵੀ ਅਸੀਂ ਮਾਰ ਹੀ ਦਿੱਤੇ ਹਾਂ। ਤੇ ਦੂਸਰੇ ਪਾਸੇ ਉਧਰੋਂ ਪੰਜਾਬ ਦਾ ਗੁਆਂਢੀ ਸੂਬਾ ਪੈਂਦਾ ਹਰਿਆਣਾ, ਹਰਿਆਣੇ ਵਾਲੇ ਪਾਸੋਂ ਵੀ ਖਬਰ ਆ ਗਈ ਹੈ, ਹਰਿਆਣਾ ਦੇ ਕਿਸਾਨ ਵੀ ਬੜੇ ਤੱਤੇ ਹੋਏ ਨੇ। ਉੱਥੇ ਵੀ ਇੱਕ ਟਰੈਕਟਰ ਰੈਲੀ, ਜਿਸ ਤਰ੍ਹਾਂ ਬੀਤੇ ਦਿਨੀ ਤੁਹਾਨੂੰ ਪਤਾ ਹੋਣਾ ਕਿ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਕੱਢ ਕੇ ਗਏ, ਹਰਿਆਣੇ ਵੀ ਗਏ ਸੀ। ਇਸੇ ਤਰ੍ਹਾਂ ਆਪਣੇ ਬਣਾਏ ਕਾਨੂੰਨਾਂ ਦੇ ਹੱਕ ਦੇ ਵਿੱਚ ਬੀਜੇਪੀ ਦੇ ਕੁਝ ਲੀਡਰ ਟਰੈਕਟਰ ਰੈਲੀ ਹਰਿਆਣੇ 'ਚ ਕੱਢ ਰਹੇ ਸੀ ਤੇ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ, ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨੇ ਨਾਇਬ ਸੈਣੀ ਅਤੇ ਬੀਜੇਪੀ ਦੇ ਲੀਡਰ ਨੇ ਰਾਜਵੀਰ ਬਰਾੜਾ, ਇਹ ਟਰੈਕਟਰ ਰੈਲੀ ਕੱਢ ਰਹੇ ਸੀ। ਭਾਰੀ ਇਕੱਠ ਸੀ। ਪਤਾ ਨਹੀਂ ਵੀ ਉਹ ਜਿਹੜੇ ਟਰੈਕਟਰ ਲੈ ਕੇ ਪੰਜਾਬ 'ਚ ਵੀ ਇਹਨਾਂ ਦੇ ਨਾਲ ਤੁਰੇ ਸੀ ਜਾਂ ਹਰਿਆਣੇ 'ਚ ਵੀ ਟਰੈਕਟਰ ਲਈ ਫਿਰਦੇ ਸੀ ਕਿ ਸੱਚੀ ਇਹ ਕਿਸਾਨ ਨਹੀਂ, ਕਿ ਇਹਨਾਂ ਦੇ ਉੱਤੇ ਬਣਾਏ ਕਾਨੂੰਨਾਂ ਦਾ ਕੋਈ ਅਸਰ ਪੈਣ ਵਾਲਾ ਨਹੀਂ। ਖੈਰ, ਇਹ ਟਰੈਕਟਰ ਰੈਲੀ ਕੱਢ ਰਹੇ ਸੀ। ਸੋ ਭਾਰਤੀ ਕਿਸਾਨ ਯੂਨੀਅਨ ਨੂੰ ਜਦੋਂ ਪਤਾ ਲੱਗਿਆ ਕਿ ਭਾਈ ਭਾਜਪਾ ਦੇ ਲੀਡਰ ਆ ਰਹੇ ਨੇ, ਇਸ ਕਾਨੂੰਨ ਦੇ ਹੱਕ ਵਿੱਚ ਰੈਲੀ ਕੱਢ ਰਹੇ ਨੇ, ਚਲੇ ਗਏ, ਜੰਮ ਕੇ ਕਰਨ ਲੱਗੇ ਵਿਰੋਧ।
ਕਿਸਾਨ ਯੂਨੀਅਨ ਨੇ ਭਾਜਪਾ ਦੇ ਵੱਲੋਂ ਕੱਢੀ ਜਾ ਰਹੀ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਰੈਲੀ ਦਾ ਡਟ ਕੇ ਵਿਰੋਧ ਕੀਤਾ ਤੇ ਰਾਸ਼ਟਰੀ ਰਾਜਮਾਰਗ 72 ਤੇ ਲਗਭਗ 3.5 ਘੰਟੇ ਰੋਕੀ ਰੱਖਿਆ। ਜੰਮ ਕੇ ਜਿੰਦਾਬਾਦ ਮੁਰਦਾਬਾਦ ਕਰਦੇ ਰਹੇ। ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚੋਂ ਜਾਣਕਾਰੀ ਮਿਲੀ ਹੈ ਕਿ ਸ਼ਹਿਜ਼ਾਦਪੁਰ ਦਾ ਇੱਕ ਬੀਜੇਪੀ ਦਾ ਲੀਡਰ ਹੈ ਭਰਤ ਸਿੰਘ ਲਗਭਗ 72 ਵਰਿਆਂ ਦਾ ਸੀ। ਹੁਣ ਮੁਰਦਾਬਾਦ ਜਦ ਕੰਨਾਂ 'ਚ ਕਦੇ ਲੰਘਿਆ ਹੀ ਨਹੀਂ ਤੇ ਦਿਲ ਦਾ ਦੌਰਾ ਪੈ ਗਿਆ। ਦਿਲ ਦਾ ਦੌਰਾ ਪੈਣ ਦੇ ਕਾਰਨ ਉਹਨੂੰ ਨੇੜਲੇ ਹਸਪਤਾਲ ਲੈ ਕੇ ਗਏ ਤੇ ਉੱਥੋਂ ਕਹਿੰਦੇ ਨਹੀਂ ਬਈ ਚੰਡੀਗੜ੍ਹ ਲੈ ਜਾਓ। ਚੰਡੀਗੜ੍ਹ ਰੈਫਰ ਕੀਤਾ ਗਿਆ ਪਰ ਭਰਤ ਸਿੰਘ ਚੰਡੀਗੜ੍ਹ ਪਹੁੰਚ ਨਹੀਂ ਸਕਿਆ। ਇਸ ਬੀਜੇਪੀ ਦੇ ਲੀਡਰ ਦੀ ਰਸਤੇ ਦੇ ਵਿੱਚ ਮੌਤ ਹੋਣ ਦੀ ਖਬਰ ਹੈ। ਸੋ ਹੁਣ ਭਾਵੇਂ ਕਿਸੇ ਦੀ ਵੀ ਮੌਤ ਹੁੰਦੀ ਹੈ, ਕੋਈ ਮੌਤ ਖੁਸ਼ੀ ਮਨਾਉਣ ਵਾਲੀ ਗੱਲ ਨਹੀਂ। ਭਾਵੇਂ ਕਿਸੇ ਕਿਸਾਨ ਦੀ ਹੋ ਰਹੀ ਹੈ, ਭਾਵੇਂ ਕਿਸੇ ਲੀਡਰ ਦੀ ਹੋ ਰਹੀ ਹੈ। ਸਰਕਾਰੇ ਜਾਗ, ਚੋਣਾਂ ਬਿਹਾਰ 'ਚ ਤੁਸੀਂ ਜਿੱਤਣੀਆਂ ਨੇ ਜਾਂ ਹਾਰਨੀਆਂ ਨੇ ਗੱਲ ਬਾਅਦ ਦੀ ਹੈ। ਆ ਪਹਿਲਾਂ ਜਿਨ੍ਹਾਂ ਤੇ ਰਾਜ ਕਰ ਰਹੇ ਹੋ ਨਾ, ਉਹਨਾਂ ਨੂੰ ਉਹਨਾਂ ਦੇ ਮੁਤਾਬਕ ਕਾਨੂੰਨ ਬਣਾ ਦਿਓ। ਇੱਕ ਵੀ ਸਰਕਾਰ ਦਾ ਨੁਮਾਇੰਦਾ ਆ ਕੇ ਦੱਸ ਦੇਵੇ ਕਿ ਜਿਹੜੇ ਅਸੀਂ 3 ਕਾਨੂੰਨ ਬਣਾਏ ਨੇ ਅਸਲ ਦੇ ਵਿੱਚ ਡਿਮਾਂਡ ਤੇ ਸਪਲਾਈ ਹੁੰਦੀ ਹੈ ਕਿ ਕਿਹੜੀ ਕਿਸਾਨ ਜਥੇਬੰਦੀ ਨੇ, ਕਿਹੜੇ ਕਿਸਾਨ ਦੇ ਪੁੱਤ ਨੇ ਜਾਂ ਕਿਹੜੇ ਕਿਸਾਨ ਨੇ ਅੱਜ ਤੱਕ ਸਰਕਾਰ ਨੂੰ ਕਿਹਾ ਹੋਵੇ ਕਿ ਸਾਨੂੰ ਇਸ ਤਰ੍ਹਾਂ ਦੇ 3 ਕਾਨੂੰਨ ਚਾਹੀਦੇ ਆ। ਜਿਨ੍ਹਾਂ ਬਾਰੇ ਲੋਕ ਰੌਲਾ ਪਾਉਂਦੇ ਆ, ਜਿਨ੍ਹਾਂ ਬਾਰੇ ਲੋਕ ਦਹਾਈਆਂ ਪਾਉਂਦੇ ਆ, ਉਹ ਕਾਨੂੰਨ ਬਣਦੇ ਨਹੀਂ। ਜਿਨ੍ਹਾਂ ਦੀ ਕਦੇ ਡਿਮਾਂਡ ਨਹੀਂ ਹੋਈ ਉਹ ਕਾਨੂੰਨ ਬਣਾ ਕੇ ਤੁਸੀਂ ਉਹਨਾਂ ਦੇ ਗਲ ਤੇ ਮੜ ਦਿੱਤੇ ਆ, ਉਹਨਾਂ ਦੀ ਛਾਤੀ ਤੇ ਪੱਥਰ ਰੱਖ ਦਿੱਤਾ, ਬੋਝ ਰੱਖ ਦਿੱਤਾ। ਸੋ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਦੁਬਾਰਾ ਕਿਸਾਨ ਯੂਨੀਅਨ ਨੂੰ ਕੋਈ ਸੱਦਾ ਪੱਤਰ ਭੇਜਿਆ ਜਾਂਦਾ। ਜੇ ਸੱਦਾ ਪੱਤਰ ਭੇਜਿਆ ਜਾਂਦਾ ਫਿਰ ਕੀ ਕਿਸਾਨ ਯੂਨੀਅਨਾਂ ਪਹਿਲਾਂ ਅਪਮਾਨਿਤ ਹੋ ਕੇ ਵਾਪਸ ਆਈਆਂ ਨੇ, ਕੀ ਦੁਬਾਰਾ ਉਹ ਸੱਦਾ ਪੱਤਰ ਮਨਜ਼ੂਰ ਕਰਦੀਆਂ ਨੇ? ਕੀ ਜੇ ਸੱਦਾ ਪੱਤਰ ਮਨਜ਼ੂਰ ਕਰਦੀਆਂ ਨੇ ਤਾਂ ਕਿ ਪਹਿਲੀ ਇਹ ਮੰਗ ਹੋਏਗੀ, ਡਿਮਾਂਡ ਹੋਏਗੀ ਕਿ ਉੱਥੇ ਖੇਤੀਬਾੜੀ ਮੰਤਰੀ ਵੀ ਹੋਵੇ, ਉੱਥੇ ਗ੍ਰਹਿ ਮੰਤਰੀ ਵੀ ਹੋਵੇ, ਉੱਥੇ ਪ੍ਰਧਾਨ ਮੰਤਰੀ ਵੀ ਹੋਵੇ? ਕੀ ਫਿਰ ਇਹ ਮੰਗ ਕਿਸਾਨਾਂ ਦੀ ਸਰਕਾਰ ਮਨਜ਼ੂਰ ਕਰਦੀ ਹੈ? ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਦੇ ਵਿੱਚ ਕੀ ਮੂੰਹ ਮਹਾਂਦਰਾ ਬਣਦਾ। ਅਗਲੀ ਖਬਰ, ਕੋਵਿਡ-19 ਗਲੋਬਲ ਪੈਂਡੈਮਿਕ ਮਹਾਮਾਰੀ ਬਣਿਆ ਹੋਇਆ। ਇਹਦੇ ਬਾਬਤ ਲਗਭਗ ਦੁਨੀਆ ਦੀਆਂ ਨਜ਼ਰਾਂ ਟਿੱਕੀਆਂ ਨੇ ਕਿ ਟੀਕਾ ਬਣੇ, ਵੈਕਸੀਨ ਬਣੇ ਤਾਂ ਕਿ ਲੋਕਾਂ ਨੂੰ ਭਾਈ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ। ਉਧਰੋਂ ਰੂਸ ਨੇ ਪਹਿਲਾਂ ਵੀ ਐਲਾਨ ਕੀਤਾ ਸੀ ਤੇ ਹੁਣ ਰੂਸ ਨੇ ਦੁਬਾਰਾ ਇੱਕ ਵਾਰ ਫਿਰ ਤੋਂ ਐਲਾਨ ਕਰ ਦਿੱਤਾ ਕਿ ਅਸੀਂ ਪਹਿਲਾਂ ਵੀ ਟੀਕਾ ਬਣਾ ਲਿਆ ਸੀ ਤੇ ਇੱਕ ਟੀਕਾ ਅਸੀਂ ਹੋਰ ਬਣਾ ਲਿਆ। ਇਸ ਟੀਕੇ ਨੂੰ ਐਪੀਵੈਕ ਕਰੋਨਾ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਸ ਟੀਕੇ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਸਰਕਾਰੀ ਮੀਟਿੰਗ ਦੇ ਵਿੱਚ ਐਲਾਨ ਕੀਤਾ ਕਿ ਅਸੀਂ ਇਹ ਟੀਕਾ ਬਣਾ ਲਿਆ, ਕਿਸੇ ਐਰੇ ਗੈਰੇ ਨੱਥੂ ਖਹਿਰੇ ਨੇ ਨਹੀਂ। ਉੱਥੋਂ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਪਹਿਲੇ ਅਤੇ ਦੋਵੇਂ ਟੀਕੇ ਬਣਾਉਣ ਤੋਂ ਬਾਅਦ ਹੁਣ ਇਸ ਦੀ ਪ੍ਰੋਡਕਸ਼ਨ ਵਧਾਉਣ ਦੀ ਜ਼ਰੂਰਤ ਹੈ, ਉਤਪਾਦਨ ਵਧਾਉਣ ਦੀ ਜ਼ਰੂਰਤ ਹੈ। ਉਹ ਕਹਿੰਦੇ ਜਿਹੜੇ ਸਾਡੇ ਵਿਦੇਸ਼ੀ ਭਾਈਵਾਲ ਨੇ ਉਹਨਾਂ ਨਾਲ ਅਸੀਂ ਸਹਿਯੋਗ ਵੀ ਜਾਰੀ ਰੱਖਾਂਗੇ। ਅਸੀਂ ਵਿਦੇਸ਼ਾਂ ਦੇ ਵਿੱਚ ਬਣ ਰਹੇ ਹੋਰ ਟੀਕਿਆਂ ਨੂੰ ਵੀ ਹੱਲਾਸ਼ੇਰੀ ਦੇਵਾਂਗੇ ਅਤੇ ਜੇਕਰ ਉਹਨਾਂ ਨੂੰ ਜ਼ਰੂਰਤ ਪਈ ਤਾਂ ਅਸੀਂ ਆਪਣੀ ਪ੍ਰੋਡਕਸ਼ਨ ਵਧਾ ਕੇ ਉਹਨਾਂ ਨੂੰ ਇਹ ਟੀਕਾ ਵੀ ਦੇਵਾਂਗੇ। ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਜਿਹੜਾ ਰੂਸ ਨੇ ਪਹਿਲਾ ਟੀਕਾ ਬਣਾਇਆ ਸੀ ਉਸ ਟੀਕੇ ਦਾ ਨਾਮ ਰੂਸ ਨੇ ਸਪੂਤਨਿਕ V ਰੱਖਿਆ ਸੀ ਅਤੇ ਇਸ ਟੀਕੇ ਦਾ ਨਾਮ ਐਪੀਵੈਕ ਕਰੋਨਾ ਰੱਖਿਆ ਗਿਆ। ਰੂਸ ਨੇ ਸਾਈਬੇਰੀਆ ਦੇ ਵਰਲਡ ਕਲਾਸ ਵਾਇਰੋਲੋਜੀ ਇੰਸਟੀਚਿਊਟ, ਜਿਸ ਨੂੰ ਰਿਸਰਚ ਸੈਂਟਰ ਆਫ ਵਾਇਰੋਲੋਜੀ ਐਂਡ ਬਾਇਓਟੈਕਨੋਲੋਜੀ ਕਹਿੰਦੇ ਨੇ, ਇਸ ਦੇ ਵਿੱਚ ਇਸ ਟੀਕੇ ਦਾ ਨਿਰਮਾਣ ਕੀਤਾ। ਹੁਣ ਵੈਕਟਰ ਸਟੇਟ ਰਿਸਰਚ ਸੈਂਟਰ ਆਫ ਵਾਇਰੋਲੋਜੀ ਐਂਡ ਬਾਇਓਟੈਕਨੋਲੋਜੀ ਨੇ ਕਰੋਨਾ ਵਾਇਰਸ ਤੇ 13 ਸੰਭਾਵੀ ਟੀਕਿਆਂ ਤੇ ਕੰਮ ਕੀਤਾ ਹੈ। ਇਹਨਾਂ ਟੀਕਿਆਂ ਦਾ ਲੈਬ ਦੇ ਵਿੱਚ ਜਾਨਵਰਾਂ ਤੇ ਟੈਸਟ ਕੀਤਾ ਗਿਆ। ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪਹਿਲੇ ਟੀਕੇ ਵਿੱਚ ਕੁਝ ਮਾੜੇ ਪ੍ਰਭਾਵ ਜ਼ਰੂਰ ਸਾਹਮਣੇ ਆਏ ਸੀ, ਪਰ ਆਹ ਜਿਹੜਾ ਅਸੀਂ ਦੂਸਰਾ ਟੀਕਾ ਬਣਾਇਆ ਵੀ ਬੜਾ ਖੁਫੀਆ ਤਰੀਕੇ ਨਾਲ। ਇਹਦੀ ਕਦੇ ਜਾਣਕਾਰੀ ਪਹਿਲਾਂ ਰੂਸ ਨੇ ਦਿੱਤੀ ਨਹੀਂ। ਉਹ ਕਹਿੰਦੇ ਅਸੀਂ ਬੜਾ ਖੁਫੀਏ ਤਰੀਕੇ ਨਾਲ ਇਹ ਟੀਕਾ ਤਿਆਰ ਕੀਤਾ। ਜਿਹੜੀਆਂ ਚੀਜ਼ਾਂ ਪਹਿਲੇ ਟੀਕੇ ਵਿੱਚ ਸਾਨੂੰ ਲੱਗਦੀਆਂ ਸੀ ਕਿ ਮਾੜੀਆਂ ਨੇ, ਆਹ ਦੂਸਰੇ ਟੀਕੇ ਵਿੱਚ ਉਸ ਤਰ੍ਹਾਂ ਦਾ ਕੁਝ ਨਹੀਂ। ਪਹਿਲਾ ਟੀਕਾ ਰੂਸ ਨੇ 11 ਅਗਸਤ ਨੂੰ ਦੁਨੀਆ ਨੂੰ ਦੇ ਦਿੱਤਾ ਸੀ ਅਤੇ ਆਹ ਦੂਸਰਾ ਅੱਜ ਉਸ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ। ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਜਦੋਂ ਪਹਿਲਾ ਟੀਕਾ ਲਾਂਚ ਕੀਤਾ ਸੀ, ਦੱਸਿਆ ਸੀ ਕਿ ਅਸੀਂ ਬਣਾ ਲਿਆ ਸਪੂਤਨਿਕ V, ਤਾਂ ਉਹਦੇ ਤੋਂ ਬਾਅਦ ਸਪੂਤਨਿਕ 5 ਦੱਸਣ ਤੋਂ ਬਾਅਦ ਦੁਨੀਆ ਦੇ ਵਿੱਚ ਵਿਵਾਦ ਵੀ ਹੋਏ ਸੀ, ਕਿਉਂਕਿ ਟ੍ਰਾਇਲ ਦਾ ਤੀਸਰਾ ਪੜਾਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਟੀਕੇ ਬਾਬਤ ਦੁਨੀਆ ਨੂੰ ਦੱਸ ਦਿੱਤਾ ਗਿਆ ਸੀ ਤੇ ਦੂਸਰੇ ਆਹ ਜਿਹੜੇ ਟੀਕੇ ਦੀ ਗੱਲ ਜਾਣਕਾਰੀ ਦਿੱਤੀ ਗਈ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਨਵੰਬਰ ਦੇ ਵਿੱਚ ਐਪੀਵੈਕ ਕਰੋਨਾ ਨੂੰ ਲਾਂਚ ਰੂਸ ਵਿੱਚ ਕੀਤਾ ਜਾ ਸਕਦਾ ਹੈ। ਪਰ ਹੁਣ ਰੂਸ ਨੇ ਤਾਂ ਦੱਸ ਦਿੱਤਾ ਕਿ ਅਸੀਂ 2 ਟੀਕੇ ਲਾਂਚ ਕਰ ਦਿੱਤੇ ਆ। ਉਧਰ ਚੀਨ ਵਾਲੇ ਵੀ ਕਹੀ ਜਾਂਦੇ ਸੀ, ਬਰਤਾਨੀਆ ਵਾਲੇ ਪਾਸਿਓਂ ਵੀ ਖਬਰਾਂ ਸਨ ਤੇ ਕਈ ਅਮਰੀਕਾ ਦੀਆਂ ਕੰਪਨੀਆਂ ਸੀ, ਕਈਆਂ ਦੇ ਟ੍ਰਾਇਲ ਵੀ ਰੋਕਣੇ ਪਏ ਹੈ।
पर हुण ये जे टीका मान लो बनी जाता है तो फिर पहला किहनूं मिलू, बाद च किहनूं मिलू? हर कोई चाहुंदा है कि मैनूं टीका मिले। कई पासे आख्या जा रहा कि इस साल के अखीर तक टीका आ सकता है, कई आख रहे हैं कि 2021 के शुरू में टीका आ सकता है। आसां उम्मीदां सारे लाई बैठे है, पर हुण सेहतमंद बंदियां नूं टीका पहला मिलेगा जां बाद च मिलेगा, अपने आप दे विच इस तरह के दिशा निर्देश जारी किए जाने ने। हुण जानकारी मिल रही है कि जिहड़े सेहतमंद बंदे ने शायद 2022 तक उन्होंने कोरोना वैक्सीन का इंतजार करना पवे। जिहड़ी जानकारी दी गई है उहदे मुताबक सब तो पहला वैक्सीन हैल्थ वर्करां नूं दित्ती जाएगी, तो वह भी उन्होंने दित्ती जाएगी जिन्हां विच ज़्यादा इन्फैक्शन फैलण का खतरा है। WHO ने इस बारे जानकारी खुद साझी की है कि वैक्सीन तरजीही तौर पर किहनूं दित्ती जाएगी। एक ऑनलाइन उन्होंने समागम तो उहदे सवालों के जवाब भी दिते। WHO के चीफ साइंसदान ने सौम्या स्वामीनाथन, वो कहते साल 2021 के अखीर तक एक असरदार वैक्सीन दुनिया को मिल जाने की संभावना है, पर गिणती कहते सीमित होएगी, जिसके कारण लंबा इंतजार करना पै सकता है। स्वामीनाथन को जो पूछा गया कि तरजीहां दसो किहनूं दित्तियां जाणगीआं, वो कहते ज़्यादातर लोग इस गल नाल सहमत होणगे कि सब तो पहला हैल्थ केयर नूं, उहदे तो बाद फ्रंट लाइन ते काम करन वालियां नूं शुरुआत दे विच इह वैक्सीन दित्ती जाएगी। पर फिर भी देखना पएगा कि किहनूं कित्थे खतरा वध ते किहनूं कित्थे खतरा घट। उहदे तो बाद कहंदे जेकर असीं दवाई किस नूं देवांगे तां ओह बजुर्गां नूं दित्ती जाएगी ताकि उन्हां दे विच इन्फैक्शन फैल ना सके। वो कहंदे इह सारे कि किहनूं पहिलां दवाई देनी है, किहनूं दवाई बाद दे विच देनी है, विस्तार नाल दिशा निर्देश जारी किए जाणगे। पर औसतन इंसान जिहड़े सेहतमंद ने वो मान के चलो कि शायद तुहानूं सानूं 2022 तक इस दवाई का इंतजार करना पएगा। हुण वैक्सीन तुहानूं याद होना है कि सब तो पहलां बरतानिया वाले पासों खबर आई सी कि कोरोना वैक्सीन टास्क फोर्स की चीफ केट बिंगम ने आख दिता सी कि ऑक्सफोर्ड एस्ट्राजेनेका की वैक्सीन इस साल के अखीर तक लियाएगी, पर इसकी ज़्यादा संभावना है कि वैक्सीन अगले साल 2021 के शुरू में आएगी। इस तो पहला इस गल की संभावना भी प्रगटाई गई सी कि इस साल के अखीर तक इस वैक्सीन नूं एमरजेंसी वास्ते इस्तेमाल करने की आग्या दे दी जाएगी। तो बरतानिया वैक्सीन बनाने की दौड़ दे विच सब तो अगे मनी जा रही सी, पर खबरां उदों ये भी मिल गईयां सी कि इहदा ट्रायल रोकना पै गया क्योंकि वैक्सीन की राह कोई सुखाली नहीं। एक वलंटीयर बीमार पै गया तो दुनिया विच लगभग 30,000 लोगों ते कीते जा रहे इस ऑक्सफोर्ड की वैक्सीन के ट्रायल उस वक्त रोक दिते गए सन, भावें कि बाद दे विच ये ट्रायल दोबारा पॉज करने तो बाद रिज्यूम कर दिते गए सी, दोबारा शुरू कर ले गए सन। बीते दिनी मैं भी तुहाडे नाल खबर साझी की सी कि जॉनसन एंड जॉनसन की वैक्सीन का ट्रायल भी रोकिया गया। कंपनी का दावा है कि जे वैक्सीन के ट्रायल सफल पाए जाते तो इस वैक्सीन की सिर्फ एक खुराक किसी भी वायरस के रोगी नूं तंदुरुस्त कर सकेगी। तो कंपनी की योजना सी कि 60,000 लोगों ते ट्रायल करने हैं। जेकर ये दोबारा होंदे तो हुण तक का यह सब तो वड्डा ट्रायल समझा जाना सी। ते उत्थे एंटीबॉडी दवाई बना रही कंपनी एली लिली के ट्रायल भी रोक दिते गए हैं। हुण एक पासे ट्रायल रोके गए हैं तो दूसरे पासे लोग इस वक्त कोविड-19 की वैक्सीन का इंतजार कर रहे हैं। शायद ये इंतजार लंबा हो सकता है। तो अज की एक विलक्षण तो बहुत अहम जी खबर है, फेसबुक के उत्ते तुहाडे विचों भी हो सकता है बहुत सारे लोग होणगे, करोड़ों की गिणती दे विच लोग ने जिहड़े फेसबुक के उत्ते जांदे आ। उन्हां विचों बहुत गिणती लोग अपने पुराने विछड़ चुके साथियों नूं लभदे आ, कुछ नवे साथी बनाउंदे आ, पर सानूं कई वारी उन्हां बाबत पता कुछ नहीं हुंदा। एक सर्वे किया गया सी, कई बारी पहलां पुछया गया सी कि तुसीं फेसबुक के उत्ते फ्रेंड रिक्वेस्ट भेजदे किवें हो, तो फिर तुसीं उस भेजी हुई रिक्वेस्ट नूं प्रवान किवें करदे हो। उन्हां विचों बहुत गिणती लोगों ने कहा सी कि असीं फेसबुक के उत्ते लाइक किसी की तस्वीर देख के प्रभावित होने आ ते असीं उहनूं फ्रेंड रिक्वेस्ट भेज दिंदे आ ते अगला प्रवान कर लैंदा। ते जे हुण दोस्तियां किस की फोटो देख के होणगीआं फिर आ पौड़े पैणगे। पर कुछ लोग वो भी ने जिहड़े पुराने विछड़े साथियों लभ लैंदे आ, क्योंकि टूल बड़े वधिया ने सोशल मीडिया के। पर यह कह सकते हैं कि असीं हाले बहुती इनू वरतन ते हानि ना हो सके। हरियाणा दे विचों एक अजीब खबर मिली है, जे जानकारां दी मन्नीए तो शायद अपनी किस्म का यह पहला मामला है। असल दे विच
फेसबुक के उत्ते एक लड़का ते लड़की की दोस्ती होंदी है। पहला एक दूसरे को बिल्कुल नहीं जानते, अचनचेत रहन वाले भी दोवें हरियाणा के है। एक दूसरे को फ्रेंड रिक्वेस्ट भेज दी, हौली हौली परवान हो गए, एक दूसरे नाल कदे कदाई गलबात करन लग पे। ये गलबात तुरदी 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 एक दूसरे विच खिच पैदा कर गई। प्यार मुहब्बत दे विच ये रिश्ता तब्दील हो गया। गलबात तो बाद हौली हौली मेल मिलाप का सिलसिला भी शुरू हो गया। हुण जिहड़ी जानकारी लड़की ने दित्ती है वो बड़ी अजीब है। लड़की कहती मैं रोहतक दी हां ते लड़का कैथल जिले दा। असीं आपस दे विच गल्लां बातां करन लगे, आपस दे विच मेल मिलाप हो गया, आपस दे विच असीं सरीरक संबंधां तक पहुँच गए। वो पहुँचण तो पहलां कहंदी असीं आपस दे विच एक म्यूचुअल अंडरस्टैंडिंग होई कि आपां एक दूसरे नाल विआह करवावांगे। हुण कहंदी लड़का आनाकानी कर रहा है। लड़की ने वो कहंदी जिथे तक भजदा भजाऊंगी पुत्त नूं। उहने वकील दे राहीं लड़के नूं 15 दिनां दा अल्टीमेटम दे के एक कानूनी नोटिस भेज दिता है। वो कहंदी 15 दिनां दे अंदर अंदर मेरे नाल विआह करवा लै, आ चक लीगल नोटिस। इसे करके शायद ये खबर चर्चा का विषय बनी है। अज तक इस तरह के प्यार मुहब्बत के सिलसिले बड़े आए हैं, पर लीगल नोटिस नहीं कदे किसी ने भेजा। लड़की के दस्सण मुताबक लड़के ने विआह का मेरे नाल लारा लाया, मैनूं झांसा दिता ते नाल साडियां कुछ इस तरह दी वीडियो ते फोटोआं भी लड़के कोल ने जिहड़ियां मेरी जिंदगी नूं तबाह कर सकदियां ने। वो कहंदी हुण मैं चुप नहीं बैठ सकती। वो कहंदी सिर्फ यही नहीं कि मैनूं लारा लाया, वो अपने घरदियां दे नाल भी मैनूं मिला के लैके गया। उन्होंने भी तसल्ली का प्रगटावा किया कि भाई जे तुसीं सहमत हो सानूं कोई समस्या नहीं। वो कहंदी पता नहीं कारण की रहे, बड़ा मिठा सी, बड़ा प्यारा सी, मेल मिलाप वधिया हुंदा सी, संबंध साडे वधिया सी, परिवार दे नाल मेल मिलाप भी कराया ते अचनचेत हुण पलटी मार गया। अक्सर पलटी लीडर मारते हुंदे आ, तुहानूं पता है कि पैर ते घुम जांदे आ। वो कहंदी हुण पहिलां फोन चक्कना बंद कर दिता ते हुण कहंदा मैं तेरे नाल विआह नहीं कराउणा। ते कहंदी मैं कानून दे घेरे विच लिया के खड़ा कर दिता ते नोटिस दे विच ये भी लिखिया होया है कि 15 दिनां दे विच विच तैनूं मेरे नाल विआह करवाउणा पएगा। ते आ जिहड़ा मैं कानूनी नोटिस भेजिआ है, आ वकील दा खर्चा, आ कानून दा खर्चा, ये फीस भी तैनूं देनी पएगी। वो कहंदी चुप बैठण वालियां चों नहीं मैं, जिहड़ी भी हद तक मैनूं जाना पिया मैं जाऊँगी, इंसाफ लैके रहूँ तो तेरे घर वस के रहूँगी। हुण इस कानूनी नोटिस के मुताबक लड़की ने अपने प्रेमी नूं 15 दिनों का अल्टीमेटम 15 दिनों की मोहलत दी है। हुण देखते हैं कि इस मोहलत तो बाद कि इस कानून के डंडे तो वो लड़का डर के जिहड़े पहलां वादे कीते सी वो वफा करदा है जां फिर इस दे विच कोई मोड़ नहीं सगों कूणी मोड़ आउंदा है। ये खबरां दोस्तों अज दीयां तुहाडे नाल सांझीआं कीतीआं ने। उम्मीद है तुहानूं चंगीआं लगियां होणगीआं। सो जेकर जानकारियां चंगीआं ते पुख्ता लगियां ने तां लाइक ते शेयर करन दी कोई ढिल मੱਠ ना रखिओ, तुहाडे धन्नवादी होवांगे। ते साडे चैनल नूं सबसक्राइब अते नोटिफिकेशन वाली घंटी नप्पना भी ना भुल्लिओ। तुहाडा सबना दा धन्नवाद। पर जाण तो पहलां कहांगा जिंदगी जिंदा दिली दा नाम है। दविंदर सिंह बैनीपाल नूं आग्या दिओ। सत श्री अकाल ते रब राखा।